ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤਾ ਸੀ, ਕਿੰਨੀ ਕੁ ਉਮਰ ਸੀ ਜਦ ਤੁਸੀਂ ਮਤਲਬ ਕਿ ਤੁਹਾਡਾ ਇਹ ਰੁਝਾਨ ਪਿਆ? ਮੈਂ ਉਦੋਂ 10-11 ਸਾਲ ਦੀ ਹੁੰਦੀ ਸੀ ਜੋ ਥੋੜਾ ਕੰਮ ਕਰਨ ਲੱਗੀ ਸੀ। ਗਿਆਰਾਂ ਸਾਲ ਦੀ ਰਾਜਦੀਪ ਟਰੈਕਟਰ ਦੀ ਵਾਹੀ ਕਰਨ ਲੱਗ ਗਈ, ਸੀਟ ਤੇ ਬਹਿ ਗਈ, ਹੱਥ ਦੇ ਵਿੱਚ ਸਟੀਅਰਿੰਗ ਫੜ ਲਿਆ ਟਰੈਕਟਰ ਦਾ। ਫਿਰ ਤਾਂ ਤੁਹਾਡੇ ਮਤਲਬ ਕਿ ਰਿਲੇਸ਼ਨ ਦੇ ਵਿੱਚ ਵੀ ਗੱਲਾਂ ਹੁੰਦੀਆਂ ਹੋਣਗੀਆਂ, ਕਹਿੰਦੇ ਹੋਣਗੇ ਕਈ ਲੋਕ ਚੰਗਾ ਵੀ ਕਹਿੰਦੇ ਹੋਣਗੇ, ਕਈ ਲੋਕ ਮਾੜਾ ਵੀ ਕਹਿੰਦੇ ਹੋਣਗੇ। ਬਾਈ ਜੀ ਸ਼ੁਰੂ 'ਚ ਕਹਿੰਦੇ ਹੁੰਦੇ ਰਿਸ਼ਤੇਦਾਰ ਵੀ, ਭੈਣ ਭਰਾ ਵੀ, ਇਹ ਮੁੰਡਿਆਂ ਦੇ ਕੰਮ ਹੁੰਦੇ ਨੇ, ਖੇਤੀ ਖੂਤੀ ਕਰਨ ਵਾਲੇ ਵੀ, ਇਹ ਕੁੜੀਆਂ ਤੋਂ ਨਹੀਂ ਹੁੰਦੀ। ਅਤੇ ਸਾਨੂੰ ਵੀ ਉਦੋਂ ਐਂ ਲੱਗਦਾ ਸੀ ਵੀ ਚਲੋ ਵੀ ਇੰਨਾ ਸਾਨੂੰ ਇਹ ਨਹੀਂ ਸੀ ਵੀ ਇੱਥੋਂ ਤੱਕ ਇਹਨੇ ਕਰ ਲੈਣਾ ਬਾਈ ਜੀ। ਅਤੇ ਅਸੀਂ ਕਹਿੰਦੇ ਵੀ ਚਲੋ ਕੋਈ ਨਾ, ਜਿੰਨਾ ਕੁ ਬੱਚਾ ਸਿੱਖਦਾ ਤਾਂ ਸਿੱਖ ਲੈਣ ਦੀ। ਅਤੇ ਉਸ ਤੋਂ ਬਾਅਦ ਹੁਣ ਤਾਂ ਸਾਰੇ ਭੈਣ ਭਰਾ ਵੀ ਕਹਿਣ ਲੱਗ ਗਏ ਵੀ ਕਹਿੰਦੇ ਵੀ ਸਾਨੂੰ ਵੀ ਹੈਰਾਨੀ ਹੈ ਇਸ ਗੱਲ 'ਤੇ ਵੀ ਸਾਰਾ ਕੁਛ ਹੀ ਕਰਨਾ ਸਿੱਖ ਕਰੀਏ। ਹਾਂਜੀ। ਖੇਤੀ ਦੇ ਸਾਰੇ ਸੰਦ ਹੀ ਚਲਾ ਲੈਂਦੀ ਹਾਂ ਮੈਂ, ਜਿਵੇਂ ਟਰੈਕਟਰ ਨਾਲ ਕੋਈ ਬੀਜਣਾ ਵਾਹੁਣਾ ਜਾਂ ਕੰਬਾਈਨ ਨਾਲ ਕੋਈ ਕੰਮ ਕਰਨਾ ਹੁੰਦਾ। ਕੰਬਾਈਨ ਵੀ ਚਲਾ ਲੈਂਦੇ ਹੋ? ਹਾਂਜੀ। ਜਾਂ ਕੋਈ ਹੋਰ ਬਾਕੀ ਮਸ਼ੀਨਰੀ ਦੇ ਵੀ ਸਾਰੇ, ਜਿਵੇਂ ਮੋਟਰਸਾਈਕਲ, ਗੱਡੀ, ਸਾਰਾ ਕੁਝ ਚਲਾ ਲੈਂਦੇ ਹਾਂ। ਹੁਣ ਤਾਂ ਮੈਨੂੰ ਕਿਸੇ ਗੱਲੋਂ ਵੀ ਨਹੀਂ, ਅਸਲ ਤਾਂ ਮੇਰੀਆਂ ਤਿੰਨੇ ਧੀਆਂ ਪੁੱਤਾਂ ਬਰਾਬਰ ਨੇ ਜੀ, ਪਰ ਜੋ ਇਹਨੇ ਕਰਕੇ ਦਿਖਾਇਆ ਤਾਂ ਅੱਜ ਬਹੁਤ ਮੈਨੂੰ ਮਾਣ ਮਹਿਸੂਸ ਹੁੰਦਾ ਜੀ। ਵੀ ਲੱਗਦੇ ਨਹੀਂ ਵੀ ਕੋਈ ਮੁੰਡਿਆਂ ਵਾਲਾ ਕੰਮ ਵੀ ਛੱਡ ਦੂਗੀ, ਵੀ ਤਾਂ ਰਹਿ ਜੂਗਾ ਜੀ ਕੰਮ। ਕਲਾਸ ਦੀਆਂ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ ਆਪਸ ਦੇ ਵਿੱਚ ਗੱਲਾਂ ਸ਼ੇਅਰ ਕਰਦੀਆਂ ਹੁੰਦੀਆਂ ਨੇ, ਹੁਣ ਤੁਹਾਨੂੰ ਕੋਈ ਆ ਕੇ ਪੁੱਛਦੇ ਹੋਣਗੇ ਵੀ ਰਾਜਦੀਪ ਮੈਨੂੰ ਵੀ ਸਿਖਾ ਦੇ ਕਿਵੇਂ ਟਰੈਕਟਰ ਤੇ ਬਹਿਣਾ, ਕਿਵੇਂ ਵਾਹੀ ਕਰਨੀ, ਕਿਵੇਂ ਸੰਦ ਜੋੜਨੇ ਨੇ, ਦੱਸਦੇ ਹੁੰਦੇ ਨੇ, ਹੁਣ ਪੁੱਛਦੇ ਨੇ? ਹਾਂਜੀ, ਪੁੱਛਦੇ ਹੁੰਦੇ ਨੇ ਵੀ ਆਹ ਚਲਾਉਣਾ ਕਿੰਨਾ ਕੁ ਸੌਖਾ ਹੈ ਜਾਂ ਕਿੰਨਾ ਕੁ ਔਖਾ ਹੈ, ਪੁੱਛਦੇ ਹੁੰਦੇ ਨੇ। ਪੁੱਛਦੇ ਨੇ? ਹਾਂਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਸਨ 2021 ਸ਼ੁਰੂ ਹੋ ਚੁੱਕਾ ਹੈ, ਤਕਰੀਬਨ ਖਤਮ ਹੀ ਹੋਣ ਵਾਲਾ, ਹੁਣ ਤਾਂ ਅੱਧਾ ਸਾਲ ਨਿਕਲ ਗਿਆ। ਤੇ ਅੱਜ ਦੀ ਸਦੀ ਦੇ ਵਿੱਚ ਵੀ ਜਿੱਥੇ ਕਿਹਾ ਜਾਂਦਾ ਸੀਗਾ, ਪਹਿਲਾਂ ਕੀ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ ਵੀ ਕੁੜੀਆਂ ਨੂੰ ਐ ਕਿਹਾ ਜਾਂਦਾ ਕੁੜੀ ਤਾਂ ਆਹ ਕਰ ਨਹੀਂ ਸਕਦੀ ਜੀ, ਕੁੜੀ ਦੇ ਵਿੱਚ ਘੱਟ ਜ਼ੋਰ ਹੈ, ਕੁੜੀ ਨੂੰ ਕੰਪੇਅਰ ਇਸ ਤਰੀਕੇ ਨਾਲ ਕੀਤਾ ਜਾਂਦਾ ਸੀਗਾ ਕਿ ਉਹ ਵੱਧ ਜ਼ੋਰ ਮਾਰ ਹੀ ਨਹੀਂ ਸਕਦੀ। ਪਰ ਅੱਜ ਜਿੱਥੇ ਆਪਾਂ ਓਲੰਪਿਕਸ ਖੇਡਾਂ ਦੇ ਵਿੱਚ ਵੀ ਦੇਖਿਆ ਆ ਕਿ ਮੈਰੀ ਕੌਮ ਵਰਗੀਆਂ ਜਾਂ ਹੋਰ ਜਿਹੜੀਆਂ ਨੇ ਕੁੜੀਆਂ ਨੇ, ਧੀਆਂ ਨੇ, ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਮਾਣ ਉੱਚਾ ਕਰਦੀਆਂ ਨੇ। ਜਿੱਥੇ ਧੀਆਂ ਨੂੰ ਕੰਪੈਰੀਜ਼ਨ ਕੀਤਾ ਜਾਂਦਾ ਸੀਗਾ, ਤੇ ਅੱਜ ਧੀ ਜਿਹੜੀ ਹੈ ਉਹ ਮੁੰਡੇ ਤੋਂ ਵੀ ਉੱਤੇ ਨਿਕਲੀ ਹੋਈ ਹੈ। ਰੁਤਬਾ ਜਿਹੜਾ ਆ ਉਹ ਮੁੰਡੇ ਤੋਂ ਵੀ ਉੱਤੇ ਦਾ ਬਣਾ ਲਿਆ। ਉਹ ਕਿਉਂਕਿ ਹਿੰਮਤ, ਜਜ਼ਬਾ ਇੱਕ ਧੀ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਵੱਡਾ ਹੁੰਦਾ। ਅਕਸਰ ਗੱਲਾਂ ਕਰਦਾ ਮੈਂ, ਅੱਜ ਤੁਹਾਨੂੰ ਮੈਂ ਲੈ ਕੇ ਆਇਆ ਮਾਨਸੇ ਜ਼ਿਲ੍ਹੇ ਦੇ ਵਿੱਚ। ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ 'ਤੇ ਇੱਕ ਧੀ ਬੈਠੀ ਹੈ, ਇੱਕ ਕੁੜੀ ਟਰੈਕਟਰ ਦੇ ਨਾਲ, ਆਪਣੇ ਪਿਓ ਦੇ ਨਾਲ, ਆਪਣੇ ਪਿਤਾ ਦੇ ਨਾਲ ਆ ਸਾਰੀ ਜ਼ਮੀਨ ਦੀ ਵਾਹੀ ਕਰਦੀ ਹੈ, ਫਸਲ ਉਗਾਉਂਦੀ ਹੈ, ਟਰੈਕਟਰ ਚਲਾਉਂਦੀ ਹੈ, ਕੰਬਾਈਨ ਚਲਾਉਂਦੀ ਹੈ। ਹਰ ਇੱਕ ਸੰਦ ਜਿਹੜਾ ਜੱਟਾਂ ਦਾ ਸੰਦ ਹੁੰਦਾ, ਜ਼ਿਮੀਂਦਾਰਾਂ ਦਾ, ਉਹ ਸਾਰਾ ਖੁਦ ਲਾਉਂਦੀ ਹੈ, ਕਰਾਹ ਵਗੈਰਾ ਸਭ ਕੁਝ ਆਪ ਕਰਦੀ ਹੈ। ਉਹ ਪਿੱਛੇ ਬੈਠੀ ਹੈ ਭੈਣ, ਬਾਪੂ ਜੀ ਵੀ ਉਹਦੇ ਨਾਲ ਨੇ, ਤੇ ਹੋਰ ਵੀ ਪਰਿਵਾਰ ਦੇ ਮੈਂਬਰ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਭਾਈ ਤੁਸੀਂ ਥੱਲੇ ਹੀ ਆ ਜਾਓ, ਕਿਉਂਕਿ ਇਹ ਉਹ ਵੀਡੀਓ ਹੋਣ ਵਾਲੀ ਹੈ। ਕਿਉਂਕਿ ਅਕਸਰ ਧੀਆਂ ਦਾ ਕੰਪੈਰੀਜ਼ਨ ਨਾ ਬੜੀ ਵੱਡੀ ਚੀਜ਼ਾਂ ਨਾਲ ਕੀਤਾ ਜਾਂਦਾ ਸੀਗਾ। ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀਗਾ ਕਿ ਧੀਆਂ ਨੂੰ ਅਕਸਰ ਇਹ ਕਹਿ ਦਿੱਤਾ ਜਾਂਦਾ ਸੀ ਵੀ ਇਹ ਕੁੜੀ ਇਹ ਕੰਮ ਨਹੀਂ ਕਰ ਸਕਦੀ, ਜ਼ੋਰ ਘੱਟ ਹੈ। ਇਹਦਾ ਕੰਪੇਅਰ ਐਂ ਕਰ ਦਿੰਦੇ ਹੁੰਦੇ ਸੀਗੇ ਵੀ ਇਹ ਮੁੰਡੇ ਤੋਂ ਕਰਾ ਲਓ ਕੰਮ, ਜਾਂ ਮੁੰਡੇ ਤੋਂ ਭਾਰ ਚੁਕਾ ਲਓ, ਮੁੰਡੇ ਤੋਂ ਟਰੈਕਟਰ ਕਰਾ ਲਓ, ਵਾਹੀ ਕਰਾ ਲਓ। ਪਰ ਅੱਜ 2021 ਦੇ ਵਿੱਚ ਇੱਕ ਐਸਾ ਦ੍ਰਿਸ਼ ਦੇਖਣ ਨੂੰ ਮਿਲਿਆ ਵੀ ਆਪ ਵੀ ਦੇਖ ਕੇ ਇੱਕ ਵਾਰ ਤਾਂ ਖੁਸ਼ੀ ਹੁੰਦੀ ਹੈ ਤੇ ਹੈਰਾਨੀ ਵੀ ਹੁੰਦੀ ਹੈ। ਖੁਸ਼ੀ ਇਸ ਕਰਕੇ ਹੁੰਦੀ ਹੈ ਕਿ ਧੀ ਹੁਣ ਜਿਹੜਾ ਆ ਮੋਢਾ ਜਿਹੜਾ ਆ ਉਹ ਹੁਣ ਮੁੰਡੇ ਤੋਂ ਉੱਤੇ ਰੱਖਣ ਲੱਗ ਗਈ। ਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸੱਚਮੁੱਚ ਦੇ ਵਿੱਚ ਯਾਰ ਜਿਹੜੀ ਮੈਂ ਗੱਲਾਂ ਤੁਹਾਨੂੰ ਦੱਸੀਆਂ ਨੇ ਉਹ ਸੱਚ ਨੇ, ਕਿ ਇੱਕ ਧੀ ਸੱਚਮੁੱਚ ਦੇ ਵਿੱਚ ਕੀ ਆ ਟਰੈਕਟਰ ਚਲਾਉਂਦੀ ਹੈ, ਵਾਹੀ ਕਰਦੀ ਹੈ। ਤੁਹਾਡੀ ਟੀਵੀ ਸਕਰੀਨ 'ਤੇ ਕਲਿੱਪਸ ਚੱਲ ਰਹੇ ਹੋਣਗੇ। ਭਾਜੀ ਮੇਰੇ ਨਾਲ ਹੈ। ਭਾਈ ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਵੀਰੇ ਆਪਣਾ? ਸੁਖਦੇਵ ਸਿੰਘ ਵੀਰ ਜੀ। ਸੁਖਦੇਵ ਸਿੰਘ ਜੀ, ਕਿੰਨੀ ਉਮਰ ਹੈ ਆਪਣੀ?
ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਦੇ ਹਾਂ ਬਹੁਤ ਬਹੁਤ ਜੀ। ਕਿੰਨੀ ਉਮਰ ਹੈ ਆਪਣੀ ਭਾਜੀ? ਮੇਰੀ ਉਮਰ 38 ਸਾਲ ਹੈ ਜੀ। 38 ਸਾਲ। ਹਾਂਜੀ। ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਜੀ ਇਹ 3 ਬੱਚੇ ਨੇ ਜੀ। 3 ਬੇਟੀਆਂ ਹੀ ਨੇ? ਹਾਂ 3 ਬੇਟੀਆਂ ਨੇ ਜੀ, ਲੜਕਾ ਨਹੀਂ ਹੈਗਾ ਜੀ। ਬੇਟਾ ਨਹੀਂ ਕੋਈ? ਨਹੀਂ ਜੀ। ਤੇ ਇਹ ਧੀ ਆਪਣੀ ਚਲਾਉਂਦੀ ਹੈ ਟਰੈਕਟਰ? ਭੈਣੇ ਕੀ ਨਾਮ ਹੈ ਆਪਣਾ? ਮੇਰਾ ਨਾਮ ਰਾਜਦੀਪ ਕੌਰ ਹੈ। ਰਾਜਦੀਪ ਕੌਰ। ਕਿੰਨੀ ਹਾਂਜੀ। ਉਮਰ ਹੈ ਭੈਣੇ ਆਪਣੀ? ਮੇਰੀ 17.5 ਸਾਲ ਜੀ। 17.5 ਸਾਲ। ਹਾਂਜੀ। ਤੇ 17.5 ਸਾਲ ਦੀ ਉਮਰ ਹੋ ਗਈ। ਪਹਿਲੀ ਗੱਲ ਤਾਂ ਲੋਕ ਤਾਂ ਇਹ ਸੋਚ ਕੇ ਹੈਰਾਨ ਹੋ ਜਾਂਦੇ ਹੋਣਗੇ ਵੀ ਸੱਚਮੁੱਚ ਦੇ ਵਿੱਚ ਕੀ ਇੱਕ ਕੁੜੀ ਟਰੈਕਟਰ ਚਲਾਉਂਦੀ ਹੈ, ਆਪ ਵਾਹੀ ਕਰਦੀ ਹੈ, ਆਪ ਸਾਰੇ ਸੰਦ ਨਾਲ ਜੋੜਦੀ ਹੈ, ਸੱਚ ਗੱਲ ਇਹ? ਹਾਂਜੀ, ਮੈਂ ਪਹਿਲਾਂ ਤੋਂ ਹੀ ਮੇਰਾ ਇੱਧਰ ਇੰਟਰਸਟ ਸੀਗਾ। ਜਿਵੇਂ ਮੇਰੇ ਡੈਡੀ ਕੰਮ ਕਰਦੇ ਸੀ, ਉਹਨਾਂ ਨੂੰ ਦੇਖ ਕੇ ਵੀ ਮਤਲਬ ਥੋੜਾ ਥੋੜਾ ਕੰਮ ਕਰਨ ਲੱਗ ਗਈ ਸੀ, ਹੁਣ ਸਾਰਾ ਹੀ ਕਰਨ ਲੱਗ ਗਈ। ਅੱਛਾ, ਕਿੰਨੇ ਸਾਲ ਤੋਂ, ਫਿਰ ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤਾ ਸੀ? ਕਿੰਨੀ ਕੁ ਉਮਰ ਸੀ ਜਦ ਤੁਸੀਂ ਮਤਲਬ ਕਿ ਤੁਹਾਡਾ ਇਹ ਰੁਝਾਨ ਪਿਆ? ਮੈਂ ਉਦੋਂ 10-11 ਸਾਲ ਦੀ ਹੁੰਦੀ ਸੀ ਜੋ ਥੋੜਾ ਥੋੜਾ ਕੰਮ ਕਰਨ ਲੱਗ ਗਈ ਸੀ। 10-11 ਸਾਲ ਦੀ ਉਮਰ 'ਚ? ਹਾਂਜੀ। ਹੁਣ ਤਕਰੀਬਨ ਕਹਿ ਸਕਦੇ ਹਾਂ ਵੀ 7.5 ਸਾਲ ਉਹ ਜਿਹੜੇ ਹੋ ਚੁੱਕੇ ਨੇ ਤੁਹਾਨੂੰ ਇਸ ਮਤਲਬ ਕਿ ਕੰਮ ਕਰ ਲਗਾਤਾਰ ਡੈਡੀ ਜੀ ਉਹਨਾਂ ਨਾਲ ਕੰਮ ਕਰਦੇ ਨੂੰ। ਅੱਛਾ, ਫਿਰ ਕੁੜੀਆਂ ਦੇ ਤਾਂ ਸ਼ੌਂਕ ਹੁੰਦੇ ਨੇ ਕਿ ਅਸੀਂ ਗਹਿਣਾ ਗੱਟੇ ਦੇ ਕੋਈ ਉਸ ਤਰੀਕੇ ਦਾ ਘਰ ਬਣਾਉਣਾ, ਘਰ ਖੇਡਦੇ ਆ। ਕੁੜੀਆਂ ਦੇ ਵਿੱਚ ਜਦ ਛੋਟੇ ਹੁੰਦੀਆਂ ਨੇ ਕੁੜੀਆਂ ਇਹੋ ਜਿਹੇ ਸ਼ੌਂਕ ਹੁੰਦੇ ਨੇ। ਤੁਹਾਡਾ ਫਿਰ ਇਹ ਸ਼ੌਂਕ ਕਿਵੇਂ ਪਿਆ, ਵੱਖਰਾ ਹੀ ਸ਼ੌਂਕ ਦੁਨੀਆ ਤੋਂ? ਮੈਂ ਬਸ ਆਪਣੇ ਡੈਡੀ ਨਾਲ ਖੇਤ ਆਂਦੀ ਸੀ, ਉਹਨਾਂ ਨੂੰ ਦੇਖ ਕੇ ਜਿਵੇਂ ਉਹ ਕਰਦੇ ਸੀ ਉਵੇਂ ਹੀ ਲੱਗਦਾ ਸੀ ਮੈਨੂੰ ਵੀ ਜਿਵੇਂ ਉਹ ਕਰਦੇ ਨੇ ਉਵੇਂ ਕਰਾਂ, ਤਾਂ ਹੀ ਬਸ ਮੇਰਾ ਸ਼ੌਂਕ ਇੱਧਰ ਹੀ ਪੈ ਗਿਆ। ਹੁਣ ਤੁਸੀਂ ਕਿਹੜੀ ਕਲਾਸ 'ਚੋਂ? ਮੈਂ ਹੁਣ +2 ਦੇ ਪੇਪਰ ਦਿੱਤੇ ਨੇ ਜੀ। +2 ਦੇ ਪੇਪਰ ਦਿੱਤੇ ਨੇ? ਹਾਂਜੀ। ਅੱਛਾ, ਫਿਰ ਜਦ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋਣਗੇ ਜਾਂ ਸਕੂਲ ਦੇ ਵਿੱਚ ਪਤਾ ਲੱਗਿਆ ਹੋਊਗਾ ਵੀ ਰਾਜਦੀਪ ਐਂ ਕਰਕੇ ਟਰੈਕਟਰ ਚਲਾਉਂਦੀ ਹੈ, ਨਾਲ ਦੀ ਕੁੜੀਆਂ ਤਾਂ ਕਈ ਤਾਂ ਟੀਚਰਾਂ ਵੀ ਕਰਦੀਆਂ ਹੋਣਗੀਆਂ, ਇੱਕ ਦੂਜੇ ਨਾਲ ਗੱਲਾਂ ਵੀ ਕਰਦੀਆਂ ਹੋਣਗੀਆਂ ਵੀ ਯਾਰ ਰਾਜਦੀਪ ਤਾਂ ਟਰੈਕਟਰ ਚਲਾ ਲੈਂਦੀ ਹੈ, ਗੱਲਾਂ ਹੋਈਆਂ ਸੀਗੀਆਂ ਤੁਹਾਡੀਆਂ ਫਿਰ? ਹਾਂਜੀ, ਸਟਾਰਟਿੰਗ 'ਚ ਪਹਿਲਾਂ ਕਹਿੰਦੇ ਹੁੰਦੇ ਸੀਗੇ, ਹੁਣ ਸਾਰੇ ਵਧੀਆ ਹੀ ਕਹਿੰਦੇ ਨੇਗੇ। ਸਟਾਰਟਿੰਗ 'ਚ ਫਿਰ ਕੀ ਕਹਿੰਦੇ ਸੀ? ਸਟਾਰਟਿੰਗ 'ਚ ਥੋੜਾ ਔਡ ਜੇ ਸਮਝਦੇ ਸੀ ਵੀ ਕੁੜੀ ਕਿੱਥੇ ਕਰ ਲੂ, ਹਾਂਜੀ ਐਂ ਕਹਿੰਦੇ ਸੀ? ਹਾਂਜੀ। ਪਰ ਮੈਂ ਜਿਵੇਂ ਦਰਸ਼ਕੋ ਤੁਹਾਨੂੰ ਗੱਲ ਦੱਸੀ ਹੈ ਨਾ, ਜਿਵੇਂ ਇਹ ਸੱਚ ਹੈ ਗੱਲ ਕਿ ਪੁਰਾਣੇ ਟਾਈਮ ਦੇ ਵਿੱਚ ਭਾਜੀ ਇਦਾਂ ਹੀ ਹੁੰਦਾ ਸੀਗਾ ਕਿ ਆਪਾਂ ਨਾ ਕੰਪੈਰੀਜ਼ਨ ਕਰ ਦਿੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਵੀ, ਯਾਰ ਨਹੀਂ ਯਾਰ ਧੀ ਧਿਆਣੀ ਹੈ ਵੀ ਨਹੀਂ ਇਹਨੂੰ ਤਾਂ ਇਹ ਤੋਂ ਕੰਮ ਨਾ ਕਰਾਓ, ਜ਼ੋਰ ਵਾਲਾ ਕੰਮ ਨਾ ਕਰਾਓ। ਪਹਿਲਾਂ ਹੀ ਆਪਾਂ ਮਨ ਦੇ ਵਿੱਚ ਇੱਕ ਧਾਰਨਾ ਬਣਾਈ ਹੋਈ ਸੀਗੀ ਕਿ ਕੁੜੀ ਤੋਂ ਜ਼ੋਰ ਵਾਲਾ ਕੰਮ ਤਾਂ ਹੋਣਾ ਹੀ ਨਹੀਂ। ਅੱਛਾ ਭਾਜੀ, ਜਦ ਤੁਹਾਨੂੰ ਪਤਾ ਲੱਗਿਆ, ਜਦ ਇੰਟਰਸਟ ਰਾਜਦੀਪ ਨੇ ਸ਼ੋਅ ਕੀਤਾ, 11 ਸਾਲ ਦੀ ਉਮਰ ਸੀ, ਬਹੁਤ ਛੋਟੀ ਸੀਗੀ, ਬਾਪ ਤਾਂ ਕੀ ਹੁੰਦਾ ਬੱਚਿਆਂ ਨੂੰ ਦੂਰ ਰੱਖਦਾ ਹੁੰਦਾ, ਫਿਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਚੱਲ ਜੀ ਕਰਦੀ ਆ ਤਾਂ ਕਰੀ ਜਾਣ ਦੇ? ਤੁਹਾਡੇ ਮਨ ਦੇ ਵਿੱਚ ਆਈ ਨਹੀਂ ਹੋਇਆ ਵੀ ਚੱਲ ਕਿਤੇ ਸੱਟ ਫੇਟ ਨਾ ਲੱਗ ਜੇ ਧੀ ਦੇ? ਨਹੀਂ ਵੀਰ ਜੀ, ਇਹ ਜਦੋਂ ਸਾਡੇ ਨਾਲ ਖੇਤ ਚਲੇ ਜਾਂਦੇ ਨਾ ਜੀ, ਅਸੀਂ ਇਹਨਾਂ ਨੂੰ ਕੋਈ ਸਿਖਾਇਆ ਨਹੀਂ, ਜਾਂ ਸਾਨੂੰ ਐ ਹੈ ਨਹੀਂ ਸੀ ਵੀ ਇਸ ਤਰ੍ਹਾਂ ਵੀ ਇੰਨਾ ਕੁਝ ਕਰ ਲਿਆ ਕਰੂਗੀ ਜੀ ਇਹਨੇ ਕੀ ਕਰਨਾ ਜੀ। ਜਿਵੇਂ ਆਪਾਂ ਬੱਚਾ ਕੋਈ ਮਸ਼ੀਨਰੀ ਦੇ ਵੱਡੀ ਦੇ ਨੇੜੇ ਲੱਗਦਾ ਜੀ, ਮੰਨ ਲਓ ਟਰੈਕਟਰ, ਉਦੋਂ 10-11 ਸਾਲ ਦੀ ਉਮਰ 'ਚ ਬਹੁਤ ਵੱਡੀ ਚੀਜ਼ ਹੁੰਦੀ ਹੈ, ਤੇ ਉਦੋਂ ਇਹਨੂੰ ਅਸੀਂ ਕਹਿੰਦੇ ਹੁੰਦੇ ਵੀ ਨਾ ਵੀ ਭਾਈ ਤੂੰ ਇਹਦੇ ਨਾਲ ਪੰਗੇ ਨਾਲ ਲਾਇਆ, ਕਈ ਵਾਰੀ ਤੂੰ ਕੋਈ ਉਹ ਕਰ ਲੇਂਗੀ। ਤੇ ਇਹਨੇ ਜੀ ਕਦੇ ਅੱਗੇ ਕਰ ਲਿਆ ਉੱਥੇ ਖੇਤ ਕੱਖਾਂ ਦੇ ਵੱਢ 'ਚ, ਕਦੇ ਪਿੱਛੇ ਕਰ ਲਿਆ ਜੀ, ਕਦੇ ਥੋੜ੍ਹੇ ਜਿਹੇ ਹਲ ਲਾ ਲਏ ਜੀ, ਕਦੇ ਕਿਵੇਂ ਕਰ ਲਿਆ, ਵੀ ਮੰਨ ਲਓ ਪੰਗੇ ਲੈਂਦੀ ਰਹਿੰਦੀ ਸੀ ਜੀ ਆਪ ਹੀ। ਹਾਂਜੀ, ਆਪ ਹੀ। ਸਾਨੂੰ ਕੋਈ ਇੰਟਰਸਟ ਨਹੀਂ ਸੀ, ਨਾ ਇਹਨੂੰ ਅਸੀਂ ਕਦੇ ਕਿਹਾ ਵੀ ਤੂੰ ਐਂ ਬਾਹਲਾ ਜਾਂ ਨਾਲ, ਕੁਛ ਨਹੀਂ ਜੀ। ਉਸ ਤੋਂ ਬਾਅਦ ਹੌਲੀ ਜੀ ਬਸ ਇਹਦਾ ਕੋਈ ਪ੍ਰਮਾਤਮਾ ਦੇ ਹੁਕਮ ਨਾਲ ਇਹ ਜਿਹਾ ਹੱਥ ਖੁੱਲਿਆ ਜੀ, ਤੇ ਅੱਜ ਤਾਂ ਤੁਹਾਡੇ ਸਾਹਮਣੇ ਵੀ ਸਾਰਾ ਕੁਝ ਕਰ ਰਿਹਾ। ਬਹੁਤ ਲੰਬਾ ਟਾਈਮ ਹੋ ਗਿਆ ਸ਼ੁਰੂਆਤ ਦੇ ਵਿੱਚ, ਕਿਉਂਕਿ ਮੈਂ ਜਿਵੇਂ ਭੈਣ ਨਾਲ ਗੱਲ ਕੀਤੀ ਕਿ ਕਲਾਸ ਫੈਲੋ ਜਿਹੜੀਆਂ ਹੁੰਦੀਆਂ ਨੇ, ਕਲਾਸਮੇਟ ਹੁੰਦੀਆਂ ਨੇ, ਉਹ ਗੱਲਾਂ ਕਰਦੀਆਂ ਨੇ, ਉਹ ਜ਼ਰੂਰੀ ਹੈ। ਤੁਹਾਡੇ ਰਿਲੇਸ਼ਨ ਦੇ ਵਿੱਚ ਵੀ, ਤੁਹਾਡੇ ਸ਼ਰੀਕੇ ਭਾਈਚਾਰੇ ਦੇ ਵਿੱਚ ਵੀ, ਅੱਗੇ ਰਿਸ਼ਤੇਦਾਰਾਂ ਵਿੱਚ ਵੀ ਗੱਲਾਂ ਹੁੰਦੀਆਂ ਹੋਣਗੀਆਂ ਵੀ ਜਦ 11 ਸਾਲ ਦੀ ਰਾਜਦੀਪ ਟਰੈਕਟਰ ਦੀ ਵਾਹੀ ਕਰਨ ਲੱਗ ਗਈ, ਸੀਟ ਤੇ ਬਹਿ ਗਈ, ਹੱਥ ਦੇ ਵਿੱਚ ਸਟੀਅਰਿੰਗ ਫੜ ਲਿਆ ਟਰੈਕਟਰ ਦਾ, ਫਿਰ ਤਾਂ ਤੁਹਾਡੇ ਮਤਲਬ ਕਿ ਰਿਲੇਸ਼ਨ ਦੇ ਵਿੱਚ ਵੀ ਗੱਲਾਂ ਹੁੰਦੀਆਂ ਹੋਣਗੀਆਂ, ਕਹਿੰਦੇ ਹੋਣਗੇ ਕਈ ਲੋਕ ਚੰਗਾ ਵੀ ਕਹਿੰਦੇ ਹੋਣਗੇ, ਕਈ ਲੋਕ ਮਾੜਾ ਵੀ ਕਹਿੰਦੇ ਹੋਣਗੇ। ਬਾਈ ਜੀ, ਸ਼ੁਰੂ 'ਚ ਕਹਿੰਦੇ ਹੁੰਦੇ ਰਿਸ਼ਤੇਦਾਰ ਵੀ, ਭੈਣ ਭਰਾ ਵੀ, ਇਹ ਮੁੰਡਿਆਂ ਦੇ ਕੰਮ ਹੁੰਦੇ ਨੇ, ਖੇਤੀ ਖੂਤੀ ਕਰਨ ਵਾਲੇ ਵੀ, ਇਹ ਕੁੜੀਆਂ ਤੋਂ ਨਹੀਂ ਹੁੰਦੀ। ਤੇ ਸਾਨੂੰ ਵੀ ਉਦੋਂ ਐਂ ਲੱਗਦਾ ਸੀ ਵੀ ਚਲੋ ਵੀ ਇੰਨਾ ਸਾਨੂੰ ਐ ਨਹੀਂ ਸੀ ਵੀ ਇੱਥੋਂ ਤੱਕ ਇਹਨੇ ਕਰ ਲੈਣਾ ਬਾਈ ਜੀ। ਤੇ ਅਸੀਂ ਕਹਿੰਦੇ ਵੀ ਚਲੋ ਕੋਈ ਨਾ, ਜਿੰਨਾ ਕੁ ਬੱਚਾ ਸਿੱਖਦਾ ਤਾਂ ਸਿੱਖ ਲੈਣ ਦੀ। ਤੇ ਉਸ ਤੋਂ ਬਾਅਦ ਹੁਣ ਤਾਂ ਸਾਰੇ ਭੈਣ ਭਰਾ ਵੀ ਕਹਿਣ ਲੱਗੇ ਵੀ, ਕਹਿੰਦੇ ਵੀ ਸਾਨੂੰ ਵੀ ਹੈਰਾਨੀ ਹੈ ਇਸ ਗੱਲ ਤੇ ਵੀ ਸਾਰਾ ਕੁਝ ਹੀ ਕਰਨ ਸਿੱਖ ਗਈ। ਹਾਂਜੀ। ਅੱਛਾ, ਵੈਸੇ ਦੇਖਿਆ ਜਾਵੇ ਰਾਜਦੀਪ, ਤੁਸੀਂ ਕੀ ਕੁਝ ਕਰ ਲੈਂਦੇ ਹੋ? ਕਿਉਂਕਿ ਇੱਕ ਮੋਟਾ ਜਿਹਾ ਹਿਸਾਬ ਤਾਂ ਮੈਂ ਲਾ ਲਿਆ ਕਿ ਤੁਸੀਂ ਟਰੈਕਟਰ, ਹੁਣ ਮੈਂ ਤੁਹਾਡੇ ਨਾਲ ਬੈਠ ਕੇ ਆਪਾਂ ਗੇੜਾ ਵੀ ਦਿੱਤਾ ਟਰੈਕਟਰ ਤੇ, ਤੁਸੀਂ ਵਾਹੀ ਕੀਤੀ ਹੈ, ਵੈਸੇ ਕਿਹੜੇ ਸੰਦ ਚਲਾ ਸਕਦੇ ਹੋ? ਕੀ ਕੁਝ ਕਰ ਲੈਂਦੇ ਹੋ ਖੇਤੀ ਦੇ ਵਿੱਚ ਦੇਖਿਆ ਜਾਵੇ? ਖੇਤੀ ਦੇ ਸਾਰੇ ਸੰਦ ਹੀ ਚਲਾ ਲੈਂਦੀ ਹਾਂ ਮੈਂ, ਜਿਵੇਂ ਟਰੈਕਟਰ ਨਾਲ ਕੋਈ ਬੀਜਣਾ ਵਾਹੁਣਾ ਜਾਂ ਕੰਬਾਈਨ ਨਾਲ ਕੋਈ ਕੰਮ ਕਰਨਾ ਹੁੰਦਾ। ਕੰਬਾਈਨ ਵੀ ਚਲਾ ਲੈਂਦੇ ਹੋ? ਹਾਂਜੀ। ਜਾਂ ਕੋਈ ਹੋਰ ਬਾਕੀ ਮਸ਼ੀਨਰੀ ਦੇ ਵੀ ਸਾਰੇ, ਜਿਵੇਂ ਮੋਟਰਸਾਈਕਲ, ਗੱਡੀ, ਸਾਰਾ ਕੁਝ ਚਲਾ ਲੈਂਦੇ ਹਾਂ। ਕਿਉਂਕਿ ਭਾਜੀ ਪਹਿਰਾਵਾ ਵੀ ਕੁੜੀ ਨੇ ਜਿਵੇਂ ਕੁੜਤਾ ਪਾਇਆ ਹੋਇਆ, ਉਹ ਮੁੰਡੇ ਵਾਲਾ ਪਹਿਰਾਵਾ ਦਿੰਦਾ, ਕਮੀ ਤਾਂ ਨਹੀਂ ਲੱਗਦੀ ਵੀ ਅੱਜ ਕੋਈ ਮੁੰਡੇ ਦੀ ਸ਼ਾਇਦ, ਕਿਉਂਕਿ ਮੈਨੂੰ ਲੱਗਦਾ ਧੀ ਜਿਹੜੀ ਹੈ ਉਹ ਇੱਕ ਪੁੱਤ ਦਾ ਪੂਰਾ ਰੋਲ ਅਦਾ ਕਰ ਰਹੀ ਹੈ ਤੁਹਾਡੇ ਪਰਿਵਾਰ ਦੇ ਵਿੱਚ, ਕੋਈ ਕਮੀ ਤਾਂ ਨਹੀਂ ਮਹਿਸੂਸ ਹੁੰਦੀ ਹੁਣ? ਨਹੀਂ ਵੀਰ ਜੀ, ਹੁਣ ਤਾਂ ਮੈਨੂੰ ਕਿਸੇ ਗੱਲੋਂ ਵੀ ਨਹੀਂ, ਅਸਲ ਤਾਂ ਮੇਰੀਆਂ 3 ਧੀਆਂ ਪੁੱਤਾਂ ਬਰਾਬਰ ਨੇ ਜੀ, ਪਰ ਜੋ ਇਹਨੇ ਕਰਕੇ ਦਿਖਾਇਆ ਤਾਂ ਅੱਜ ਬਹੁਤ ਮੈਨੂੰ ਮਾਣ ਮਹਿਸੂਸ ਹੁੰਦਾ ਜੀ, ਵੀ ਲੱਗਦੇ ਨਹੀਂ ਵੀ ਕੋਈ ਮੁੰਡਿਆਂ ਵਾਲਾ ਕੰਮ ਵੀ ਛੱਡ ਦੂਗੀ ਵੀ ਤਾਂ ਰਹਿ ਜੂਗਾ ਜੀ ਕੰਮ। ਕਿਤੇ ਕੋਈ ਇਹਨੇ ਮੰਨ ਲਓ ਕੋਈ ਸ਼ਹਿਰੋਂ ਚੀਜ਼ ਲਿਆਉਣੀ ਮੰਗਾਉਣੀ ਤੋਂ ਜੀ, ਤੇ ਜਿੱਥੇ ਮਰਜ਼ੀ ਨੂੰ ਕਹਿ ਦਿਓ ਵੀ ਹੁਣ ਆਪਾਂ ਇਹ 'ਚ ਹੌਸਲਾ ਵੀ ਹੈਗਾ ਜੀ, ਦਲੇਰੀ ਵੀ ਹੈ ਜੀ।
ਦਲੇਰੀ ਵੀ ਕੋਈ ਹੁਣ ਮੈਨੂੰ ਕੋਈ ਦਿੱਕਤ ਨਹੀਂ ਲੱਗਦੀ ਇਸ ਗੱਲ ਦੀ। ਕਿਉਂਕਿ ਮੈਂ ਘਰੇ ਵੀ ਜਿਹੜੇ ਸਕੂਲ ਦੇ ਵਿੱਚ ਵੀ ਅਵਾਰਡ ਮਿਲੇ ਹੋਏ ਨੇ ਮਹਿਲਾ ਦਿਵਸ ਤੇ ਹਨਾ ਵੂਮੈਨਸ ਡੇ ਤੇ ਵੀ ਜਿਹੜੇ ਅਵਾਰਡ ਦਿੱਤੇ ਨੇ ਰਾਜਦੀਪ ਉਹਨਾਂ ਨੂੰ। ਜਦ ਐਸੇ ਅਵਾਰਡ ਮਿਲਦੇ ਨੇ ਫਿਰ ਜਿਹੜੇ ਲੋਕ ਪਹਿਲਾਂ ਟੀਚਰਾਂ ਕਰਦੇ ਹੁੰਦੇ ਸੀਗੇ ਫਿਰ ਉਹ ਹੁਣ ਅੱਜ ਪੁੱਛਦੇ ਹੋਣਗੇ ਵੀ ਇਹ ਤਾਂ ਬਾਕਮਾਲ ਜੀ ਗੱਲ ਕਰਤੀ। ਸਹੀ ਗੱਲ ਹੈ ਵੀਰ ਜੀ। ਕਹਿੰਦੇ ਨੇ ਹੁਣ ਹਾਂਜੀ ਹੁਣ ਬਹੁਤ ਵਧੀਆ ਜੀ। ਹੁਣ ਪਿੰਡ ਵਾਸੀਆਂ ਨੇ ਵੀ ਸਾਰੇ ਇਲਾਕੇ ਦੇ ਭੈਣ ਭਰਾਵਾਂ ਨੇ ਪਿੱਛੋਂ ਹੁਣ ਵੀ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ 'ਚੋਂ ਬਾਈ ਜੀ ਫੋਨ ਆਉਂਦੇ ਨੇ ਵੀ ਕਹਿੰਦੇ ਬਹੁਤ ਵਧੀਆ ਕਰ ਰਹੀ ਹੈ ਜੀ ਕੁੜੀ ਇਹ ਜੀ। ਅੱਛਾ ਤੇ ਫੋਨ ਆਉਂਦੇ ਨੇ। ਹਾਂਜੀ ਹਾਂਜੀ ਸੁਣ ਕੇ ਜਦੋਂ ਬੱਚੇ ਇੰਨੇ ਭੈਣ ਭਰਾਵਾਂ ਦਾ ਆਸ਼ੀਰਵਾਦ ਮਿਲਦਾ ਜੀ ਤਾਂ ਹੁਣ ਬਹੁਤ ਵਧੀਆ ਲੱਗਦਾ ਜੀ। ਮਤਲਬ ਕਿ ਇਹ ਗੱਲ ਤਾਂ ਹੈਰਾਨੀ ਵਾਲੀ ਹੈ ਜੇ ਸਾਡੇ ਤੱਕ ਗੱਲ ਪਹੁੰਚੀ ਇਹ। ਇੱਕ ਵਾਰ ਤਾਂ ਮੈਂ ਵੀ ਹੈਰਾਨ ਹੋ ਗਿਆ ਸੀ ਵੀ ਨਹੀਂ ਸ਼ਾਇਦ ਐਂ ਹੋ ਸਕਦਾ ਵੀ ਚਲੋ ਟਰੈਕਟਰ ਅੱਗੇ ਪਿੱਛੇ ਕਰ ਲੈਂਦੀ ਹੋਊਗੀ ਪਰ ਵਾਹੀ ਕਰਨ ਵਾਲਾ ਮੈਨੂੰ ਤਾਂ ਕਿਉਂਕਿ ਚੰਗੇ ਭਲੇ ਮੁੰਡੇ ਮੇਰੀ ਉਮਰ ਦੇ ਮੁੰਡੇ ਵੀ ਖੇਤੀ ਨਹੀਂ ਕਰਨੀ ਪਸੰਦ ਕਰਦੇ ਪਰ ਇਸ ਉਮਰ ਦੇ ਵਿੱਚ ਵੀ ਧੀ ਨੇ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਹੁਣ ਤੁਹਾਨੂੰ ਫਿਰ ਤੁਹਾਡੇ ਜਿਹੜੇ ਫਰੈਂਡ ਸਰਕਲ ਵਾਲੇ ਨੇ ਯਾਰ ਦੋਸਤ ਨੇ ਫਿਰ ਉਹ ਹੁਣ ਤੁਹਾਨੂੰ ਕੀ ਕਹਿੰਦੇ ਨੇ 11 ਕਿਉਂਕਿ ਜਦ 11 ਸਾਲ ਦੀ ਉਮਰ ਸੀਗੀ ਜਦ ਤਾਂ ਚਲੋ ਸ਼ੁਰੂਆਤ ਸੀ ਹੁਣ ਕਾਫੀ ਲੰਬਾ ਟਾਈਮ ਹੋ ਗਿਆ ਹੁਣ 17 ਹੁਣ 18ਵਾਂ ਸਾਲ ਤੁਹਾਨੂੰ ਚੜ੍ਹਨ ਵਾਲਾ ਹੈ ਅਡਲਟ ਹੋ ਜਾਂਦਾ ਬੰਦਾ 18 ਤੋਂ ਵੱਡਾ ਫਿਰ ਵੱਡਾ ਮੰਨਿਆ ਜਾਂਦਾ ਹੁਣ ਤੁਹਾਡਾ ਲਾਇਸੈਂਸ ਵੀ ਬਣੂਗਾ। ਹੁਣ ਲੋਕ ਕੀ ਕਹਿੰਦੇ ਨੇ ਲੋਕ ਹੁਣ ਚੰਗਾ ਕਹਿੰਦੇ ਨੇ? ਹਾਂਜੀ ਹੁਣ ਤਾਂ ਬਹੁਤ ਵਧੀਆ ਕਹਿੰਦੇ ਨੇ। ਹੁਣ ਕਹਿੰਦੇ ਨੇ ਕੁਝ ਕਹਿੰਦੇ ਨੇ ਵੀ ਅਸੀਂ ਵੀ ਐਂ ਸਿੱਖਾਂਗੇ ਜਾਂ ਕੁਝ ਚਲਾਉਣਾ ਮਤਲਬ ਹੁਣ ਵਧੀਆ ਕਹਿੰਦੇ ਨੇ। ਅੱਛਾ ਕਲਾਸ ਦੀਆਂ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ ਆਪਸ ਦੇ ਵਿੱਚ ਗੱਲਾਂ ਸ਼ੇਅਰ ਕਰਦੀਆਂ ਹੁੰਦੀਆਂ ਨੇ ਹੁਣ ਤੁਹਾਨੂੰ ਕੋਈ ਆ ਕੇ ਪੁੱਛਦੇ ਹੋਣਗੇ ਵੀ ਰਾਜਦੀਪ ਮੈਨੂੰ ਵੀ ਸਿਖਾ ਦੇ ਕਿਵੇਂ ਟਰੈਕਟਰ ਤੇ ਬਹਿਣਾ ਕਿਵੇਂ ਵਾਹੀ ਕਰਨੀ ਕਿਵੇਂ ਸੰਦ ਜੋੜਨੇ ਨੇ ਦੱਸਦੇ ਹੁੰਦੇ ਨੇ ਹੁਣ ਪੁੱਛਦੇ ਨੇ? ਹਾਂਜੀ ਪੁੱਛਦੇ ਹੁੰਦੇ ਨੇ ਵੀ ਆਹ ਚਲਾਉਣਾ ਕਿੰਨਾ ਕੁ ਸੌਖਾ ਹੈ ਜਾਂ ਕਿੰਨਾ ਕੁ ਔਖਾ ਹੈ ਪੁੱਛਦੇ ਹੁੰਦੇ ਨੇ। ਪੁੱਛਦੇ ਨੇ ਹਾਂਜੀ ਮਤਲਬ ਕਿ ਜਿਹੜੇ ਕੰਮ ਮੁੰਡਿਆਂ ਨੇ ਕੀਤੇ ਉਹ ਰਾਜਦੀਪ ਨੇ ਕਰਤੇ। ਅੱਛਾ ਮੈਡਮਾਂ ਜਿਵੇਂ ਟੀਚਰ ਹੁੰਦੇ ਨੇ ਟੀਚਰ ਵੀ ਪਹਿਲਾਂ ਡਾਂਟ ਦਿੰਦੇ ਹੁੰਦੇ ਨੇ ਵੀ ਤੇ ਤੂੰ ਆਹ ਕੰਮ ਨਹੀਂ ਹੋਣਾ ਰਹਿਣ ਦੇ ਤੂੰ। ਹੁਣ ਟੀਚਰ ਕਿਵੇਂ ਸਹਿਯੋਗ ਕਰਦੇ ਸੀਗੇ ਸਪੋਰਟ ਕਰਦੇ ਸੀਗੇ? ਹਾਂਜੀ ਟੀਚਰ ਬਹੁਤ ਵਧੀਆ ਕਹਿੰਦੇ ਸੀਗੇ ਵੀ ਵਧੀਆ ਕਰ ਰਹੇ ਹੋ। ਪਰ ਰਾਜਦੀਪ ਇਹ ਕੰਮ ਬਹੁਤ ਔਖਾ ਹੈ ਜਿਵੇਂ ਮੈਂ ਮੁੰਡਾ ਆ ਮੈਨੂੰ ਖੇਤੀ ਕਰਨ ਨੂੰ ਕਹਿ ਦੋ ਮੇਰੇ ਤਾਂ ਪਸੀਨੇ ਛੁੱਟ ਜਾਣਗੇ। ਮੁੰਡੇ ਹੋ ਕੇ ਵੀ ਕਿ ਮੇਰਾ ਕਹਿਣ ਦਾ ਮਤਲਬ ਇਹ ਵੀ ਮੁੰਡੇ ਵੀ ਕਿਸਾਨੀ ਦਾ ਜਿਹੜਾ ਆ ਉਹ ਫਰਜ਼ ਅਦਾ ਕਰਦੇ ਹੀ ਨਹੀਂ ਚੰਗੀ ਤਰ੍ਹਾਂ। ਕਈ ਮੁੰਡੇ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਪਤਾ ਵੀ ਖੇਤੀ ਕਿਸ ਤਰੀਕੇ ਦੇ ਨਾਲ ਕੀਤੀ ਜਾਣੀ ਹੈ ਪਰ ਤੁਸੀਂ ਇੱਕ ਧੀ ਹੋ ਕੇ ਅਪਣਾਈ ਹੈ। ਔਖਾ ਜਿਹਾ ਨਹੀਂ ਲੱਗਿਆ ਵੀ ਇੱਕ ਬਹੁਤ ਡਿਫਰੈਂਟ ਜੀ ਫੀਲਡ ਅਲੱਗ ਜੀ ਫੀਲਡ ਚੂਜ਼ ਕਰਨ ਲੱਗੀ ਹਾਂ ਮੈਂ ਕੁੜਤਾ ਪਾਇਆ ਪਹਿਰਾਵਾ ਵੀ ਉਸ ਤਰੀਕੇ ਦਾ ਲੱਗ ਰਿਹਾ ਵੀ ਹਾਂ ਵੀ ਅਸਲ ਦੇ ਵਿੱਚ ਇੱਕ ਕੁੜੀ ਨਹੀਂ ਮੁੰਡਾ ਹੀ ਖੜਾ ਮੇਰੇ ਸਾਹਮਣੇ। ਇਹ ਫਿਰ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਵੀ ਹੁਣ ਖੇਤੀ ਉਹ ਕਰੀਏ? ਮੇਰਾ ਇੰਟਰਸਟ ਹੀ ਸੀਗਾ ਜੀ ਇੱਧਰ ਬਸ ਤਾਂ ਹੀ ਵੀ ਮਤਲਬ ਮੈਨੂੰ ਐਵੇਂ ਸੀਗਾ ਵੀ ਮੈਂ ਹਰ ਕੰਮ ਸਿੱਖਾਂ ਸਾਰਾ ਕੁਝ ਚਲਾਉਣਾ ਸਿੱਖਿਆ ਜਿਹੜੀ ਵੀ ਚੀਜ਼ ਜਿਵੇਂ ਪਹਿਲੀ ਵਾਰ ਮੈਂ ਕੰਬਾਈਨ ਚਲਾਈ ਆ ਉਦੋਂ ਮੈਂ ਕਿਹਾ ਸੀਗਾ ਵੀ ਮੈਂ ਕੰਬਾਈਨ ਵੀ ਚਲਾ ਕੇ ਦੇਖਣੀ ਹੈ। ਪਹਿਲੀ ਵਾਰ ਮੈਨੂੰ ਫੜਾਈ ਸੀ ਮਤਲਬ ਵੀ ਸਿੱਖੀ ਵੀ ਨਹੀਂ ਸੀਗੀ ਸਿੱਧਾ ਫੜੀ ਹੋਈ ਸੀਗੀ ਤੇ ਵਧੀਆ ਚਲਾਉਣ ਲੱਗ ਗਈ ਸੀ। ਅੱਛਾ ਮਤਲਬ ਕਿ ਬਿਨਾਂ ਕਿਸੇ ਦੇ ਸਿਖਾਏ ਬਿਨਾਂ ਕਿਸੇ ਦੇ ਦੱਸੇ ਵੀ ਇੱਥੋਂ ਇੱਥਾ ਹੋਣਾ ਹੈ ਉੱਤੇ ਬਸ ਚਲਾ ਲਈ ਕੰਬਾਈਨ ਚਲਾ ਲਈ? ਹਾਂਜੀ ਜੋ ਪਹਿਲੀ ਵਾਰ ਬਸ ਮੈਂ ਕਿਹਾ ਸੀ ਮੈਂ ਕੰਬਾਈਨ ਸਿੱਖਣੀ ਹੈ ਡੈਡੀ ਨੇ ਇੱਕ ਵਾਰੀ ਸਾਰਾ ਕੁਝ ਦੱਸਤਾ ਬਾਅਦ 'ਚੋਂ ਚਲਾ ਲਈ ਸੀ। ਕਮਾਲ ਹੈ ਬਾਈ। ਇਹ ਅਸਲ ਦੇ ਵਿੱਚ ਉਹੀ ਗੱਲ ਹੋ ਗਈ ਹੈ ਨਾ ਵੀ ਅੱਜ ਦੀ ਜਿਹੜੀ ਮਾਡਰਨ ਟੈਕਨੋਲੋਜੀ ਤਾਂ ਐਡਵਾਂਸ ਹੋਈ ਗਈ ਬੱਚੇ ਵੀ ਐਡਵਾਂਸ ਨੇ ਹੈ ਨਾ ਵੀ ਕੰਪਿਊਟਰ ਵਾਲਾ ਮਾਈਂਡ ਹੀ ਫਿੱਟ ਕੀਤਾ ਹੋਇਆ ਰੱਬ ਨੇ ਵੀ ਜਿਵੇਂ ਆਪਾਂ ਵੀ ਕਹਿੰਦੇ ਨਾ ਬੱਚਾ ਬੜੇ ਤੇਜ਼ ਆ ਰਹੇ ਨੇ ਅਗਲੀ ਆਉਣ ਵਾਲੀ ਪੀੜ੍ਹੀ ਬੜੀ ਤੇਜ਼ ਹੈ ਨਾ ਉਹ ਗੱਲ ਦਿਖਦੀ ਹੈ ਕਿਤੇ ਨਾ ਕਿਤੇ। ਜਿਵੇਂ ਕੰਬਾਈਨ ਚੰਗੇ ਭਲੇ ਨੇ ਦੱਸਿਆ ਨਾ ਪਹਿਲਾਂ ਤਾਂ 4-5 ਵਾਰ ਗੇੜੇ ਲਾਉਣੇ ਪੈਂਦੇ ਨੇ ਉਹਦੇ ਨਾਲ ਬੈਠ ਕੇ ਜਿਵੇਂ ਦੱਸਿਆ ਕਿ ਧੀ ਨੇ ਕਿ ਪਹਿਲੇ ਗੇੜੇ ਤੇ ਹੀ ਇਹਨੇ ਮਤਲਬ ਕਿ ਫਤਿਹ ਕਰ ਲਈ ਸੀਗੀ। ਇਹ ਗੱਲ ਸੱਚ ਹੈ? ਹਾਂਜੀ ਇਹਨਾਂ ਹੀ ਵੀਰ ਜੀ ਮੇਰੇ ਨਾਲ ਵਗ ਜਾਂਦੇ ਪਹਿਲਾਂ ਜੀ ਉਹਨਾਂ 'ਚ ਇਹਨਾਂ ਨੇ ਮੈਨੂੰ ਦੇਖਣਾ ਵੀ ਕਿਵੇਂ ਗੇਅਰ ਪਾਉਂਦੇ ਕੀ ਕਰਦੇ ਸਾਰਾ ਕੁਛ ਨਾਲ ਮੇਰੇ ਸੀਟ ਤੇ ਬੈਠਣਾ ਜੀ। ਮੈਂ ਕਹਿੰਦਾ ਵੀ ਤੂੰ ਕਿਉਂ ਕਰਦੇ 'ਚ ਬੈਠੀ ਇੰਨੀ ਜਗ੍ਹਾ ਨਹੀਂ ਪਾਪਾ ਇਹਨੂੰ ਸਿੱਖਣ ਦਾ ਇੰਟਰਸਟ ਸੀ ਜੀ। ਉਸ ਤੋਂ ਬਾਅਦ ਜਦੋਂ ਉਹਨੂੰ ਐਂ ਲੱਗਿਆ ਵੀ ਮੈਂ ਹੁਣ ਕਰ ਲੂੰਗਾ ਨਹੀਂ ਪਾਪਾ ਜੀ ਹੁਣ ਮੈਨੂੰ ਦਿਓ ਵੀ ਹੁਣ ਮੈਂ ਵੱਡਾ ਕਰੂੰ ਇਹਦੇ ਨਾਲ ਜੀ। ਫਿਰ ਸਾਰਾ ਕੁਛ ਵਧੀਆ ਕੀਤਾ ਜੀ ਇਹਨੇ। ਅੱਛਾ ਤੁਸੀਂ ਇੱਕ ਗੱਲ ਦੱਸੀ ਸੀ ਕਿਵੇਂ ਜਿਵੇਂ ਮੇਨ ਰੋਡ ਤੇ ਹੁਣ ਤੁਸੀਂ ਜਾਂਦੇ ਹੁੰਦੇ ਹੋ ਵੀ ਟਰੈਕਟਰ ਖਿਲਾਰ ਕੇ ਵੀ ਲੋਕ ਪੁੱਛਦੇ ਨੇ ਵੀ ਆਹ ਵੀ ਕੁੜੀ ਕਿਵੇਂ ਟਰੈਕਟਰ ਚਲਾ ਰਹੀ ਹੈ ਵੀ ਉਹ ਕੀ ਪੁੱਛਣਦੇ ਹੁੰਦੇ ਨੇ ਫਿਰ ਲੋਕ ਰੋਕ ਕੇ ਤੁਹਾਨੂੰ? ਉਹ ਵੀਰ ਜੀ ਆਪਾਂ ਖੇਤ ਨੂੰ ਜਾਂਦੇ ਜੀ ਸੀ ਟਰੈਕਟਰ ਲਈ ਜਾਂਦੇ ਹੁੰਦੇ ਜੀ ਤਾਂ ਬਹੁਤ ਭੈਣ ਭਰਾਵਾਂ ਨੇ ਗੱਡੀਆਂ ਰੋਕ ਕੇ ਪੁੱਛਿਆ ਵੀ ਕੀ ਗੱਲਬਾਤ ਤੇ ਕਿਵੇਂ ਵੀ ਇਹ ਕੁੜੀ ਟਰੈਕਟਰ ਕਿਵੇਂ ਚਲਾਉਂਦੀ ਹੈ ਵੀ ਇਹ ਇਕੱਲਾ ਰੋਡ ਤੇ ਚਲਾਉਂਦੀ ਹੈ ਕਿ ਵੀ ਵਾਹ ਬੀਜ ਵੀ ਲੈਂਦੀ ਹੈ। ਫਿਰ ਅਸੀਂ ਸਾਰਾ ਦੱਸਦੇ ਹਾਂ ਜੀ ਵੀ ਇਕੱਲਾ ਵੀ ਰੋਡ ਤੇ ਨਹੀਂ ਵੀ ਇਹ ਤਾਂ ਸਾਰਾ ਫਿਰ ਇੱਕ ਵਾਰ ਤਾਂ ਹੈਰਾਨ ਹੁੰਦੇ ਹੋਣਗੇ ਕਈ ਤਾਂ ਲੋਕ ਵਿਸ਼ਵਾਸ ਵੀ ਨਹੀਂ ਕਰਦੇ ਹੋਣਗੇ ਸ਼ਾਇਦ ਇਸ ਗੱਲਾਂ ਤੇ। ਹਾਂਜੀ ਵੀਰ ਜੀ ਫਿਰ ਉਹਨਾਂ ਨੂੰ ਵੀਡੀਓ ਦਿਖਾਇਆ ਕਰੋ। ਹਾਂਜੀ ਹੁਣ ਤਾਂ ਵੀਰ ਜੀ ਸਾਰੇ ਪਤਾ ਲੱਗ ਗਿਆ ਜੀ ਇਹਦਾ ਮਤਲਬ ਪ੍ਰੈਸ ਵਾਲੇ ਭਰਾਵਾਂ ਨੇ ਵੀਡੀਓ ਬਹੁਤ ਬਣ ਗਈਆਂ ਜੀ ਉਹਦੇ ਕਰਕੇ ਹਾਂਜੀ ਵਾਇਰਲ ਹੋ ਗਈਆਂ ਜੀ। ਅੱਛਾ ਜਿਵੇਂ ਪਤਾ ਲੱਗਿਆ ਕਿ ਆ ਛੋਟੀ ਧੀ ਬੇਟੇ ਆਪਣਾ ਕੀ ਨਾਮ ਹੈ? ਮੇਰਾ ਨਾਮ ਹਰਜੋਤ ਕੌਰ। ਹਰਜੋਤ ਬੇਟੇ ਆਪਣੀ ਉਮਰ ਕਿੰਨੀ ਹੈ? 10 ਸਾਲ ਦੇ ਹੋ ਤੁਸੀਂ? ਅੱਛਾ ਜਿਵੇਂ ਵੱਡੀ ਭੈਣ ਤੁਹਾਡੀ ਟਰੈਕਟਰ ਚਲਾਉਂਦੇ ਆ ਹਨਾ ਸਾਰਾ ਕੰਮ ਬਾਪੂ ਜੀ ਦੇ ਨਾਲ ਕਰਦੇ ਨੇ ਤੁਹਾਡੇ ਫਾਦਰ ਸਾਹਿਬ ਦੇ ਨਾਲ ਸਾਰਾ ਕਰਦੇ ਨੇ ਹਨਾ ਤੁਹਾਡਾ ਸ਼ੌਂਕ ਹੈਗਾ ਆ ਵੀ ਤੁਸੀਂ ਵੀ ਟਰੈਕਟਰ ਤੇ ਬਹਿ ਕੇ ਵਾਹੀ ਕਰਿਆ ਕਰੋਗੇ? ਹਾਂਜੀ ਦੀਦੀ ਹੁਣ ਮੈਨੂੰ ਸਿਖਾਉਂਦੀ ਵੀ ਹੁੰਦੀ ਹੈ ਕਿ ਤੂੰ ਵੀ ਵੱਡੀ ਹੋ ਕੇ ਨਾ ਮੇਰੇ ਵਾਂਗੂ ਬਣੀ ਤੂੰ ਵੀ ਟਰੈਕਟਰ ਸਿੱਖੀ। ਅੱਛਾ ਦੀਦੀ ਐਂ ਕਹਿੰਦੀ ਹੁੰਦੀ ਆ? ਹਾਂਜੀ। ਤੁਹਾਡਾ ਆਪਦਾ ਮਨ ਹੈਗਾ ਸਿੱਖਣ ਦਾ ਪੁੱਤ? ਹਾਂਜੀ।
ਕੀ ਬਾਤ, ਮਤਲਬ ਕਿ ਉਹ ਸ਼ੌਂਕ ਯਾਰ ਪਤਾ ਕੀ ਹੈਰਾਨੀ ਇਸ ਕਰਕੇ ਹੁੰਦੀ ਆ, ਪੁਰਾਣੇ ਟਾਈਮ ਦੇ ਵਿੱਚ ਅਕਸਰ ਨਾ ਮੁੰਡਿਆਂ ਨਾਲ ਤਾਲੁਕ ਮਤਲਬ ਕਿ ਐਂ ਕੰਪੈਰੀਜ਼ਨ ਕੀਤਾ ਜਾਂਦਾ ਹੁੰਦਾ ਸੀਗਾ ਵੀ ਯਾਰ ਨਹੀਂ ਇਹ ਚੀਜ਼ ਮੁੰਡੇ ਕਰ ਸਕਦੇ ਨੇ, ਕੁੜੀਆਂ ਨਹੀਂ ਕਰ ਸਕਦੀਆਂ। ਪਰ 2021 ਚੱਲਦਾ ਤੇ ਉਹ ਸੰਨ ਦੇ ਵਿੱਚ ਧੀ ਨੇ ਇੰਨਾ ਚੰਗਾ ਕੰਮ ਕਰਤਾ। ਅੱਛਾ, ਇੱਕ ਚੀਜ਼ ਤੁਸੀਂ ਹੋਰ ਦੱਸੀ ਸੀ ਕਿ ਪਰਿਵਾਰ ਦੇ ਵਿੱਚ ਜਿਹੜੀ ਵੱਡੀ ਲੜਕੀ ਹੈ ਉਹਨਾਂ ਨੂੰ ਸਕੂਟੀ ਚਲਾਉਣੀ ਨਹੀਂ ਆਉਂਦੀ, ਪਰ ਇਹ ਟਰੈਕਟਰ ਚਲਾ ਲੈਂਦੇ ਉਹ ਨੇ। ਡਰਦੇ ਨੇ ਜੀ ਉਹਨਾਂ ਤੋਂ, ਐਵੇਂ ਤੁਹਾਨੂੰ ਕਹਿ ਰਹੀ ਮਸ਼ੀਨਰੀ ਉਹ ਤੋਂ ਚੱਲ ਨਹੀਂ ਸਕਦੀ ਜੀ। ਅੱਛਾ, ਹਾਂਜੀ, ਉਹ ਘਰ ਦੇ ਕੰਮ ਤਾਂ ਸਾਰੇ ਕਰ ਲੈਂਦੇ ਨੇ, ਪਰ ਜੇ ਆਪਾਂ ਕਹੀਏ ਵੀ ਉਮਰ 'ਚ ਇਹਨਾਂ ਵੱਡੇ ਨੇ ਜੀ, ਪਰ ਖੇਤੀ ਨਾਲ ਰਿਲੇਟਡ ਜੇ ਆਪਾਂ ਕਹੀਏ ਵੀ ਕੋਈ ਮਸ਼ੀਨਰੀ ਚਲਾ ਲੈਣਗੇ ਜੀ, ਨਹੀਂ ਚੱਲਦੀ ਉਹਨਾਂ ਤੋਂ ਜੀ। ਹਾਂਜੀ, ਉਮਰ ਦੇ ਵਿੱਚ ਇਹਦੇ 'ਚੋਂ ਜ਼ਰੂਰ ਵੱਡੇ ਨੇ ਜੀ। ਅੱਛਾ, ਤੇ ਪਰ ਖੇਤੀ 'ਚ ਨਹੀਂ ਉਹਨਾਂ ਦਾ ਨਹੀਂ ਹੁੰਦਾ ਜੀ। ਮੇਰੇ ਨਾਲ ਭੈਣ ਵੀ ਇੱਥੇ ਆ। ਭੈਣੇ ਕੀ ਨਾਮ ਹੈ ਆਪਣਾ? ਸਤਿ ਸ਼੍ਰੀ ਅਕਾਲ ਵੀਰੇ, ਮੇਰਾ ਨਾਮ ਰਾਜਵੀਰ ਕੌਰ ਹੈ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਵੀਰੇ 19 ਸਾਲ। 19 ਸਾਲ। ਹਾਂਜੀ। ਆ ਛੋਟੀ ਭੈਣ ਤੁਹਾਡੇ ਤੋਂ 1.5 ਸਾਲ ਛੋਟੀ ਹੋਇਆ, ਬਹੁਤੀ ਛੋਟੀ ਨਹੀਂ, ਪਰ ਜਿਵੇਂ ਦੱਸ ਰਹੇ ਨੇ ਕਿ ਤੁਸੀਂ ਸਕੂਟੀ ਵੀ ਨਹੀਂ ਚਲਾਉਂਦੇ ਤੇ ਟਰੈਕਟਰ ਚਲਾਈ ਜਾਂਦੇ ਨੇ। ਹਾਂਜੀ ਵੀਰੇ, ਮੈਨੂੰ ਡਰ ਲੱਗਦਾ ਇਹ 'ਚ, ਮਤਲਬ ਇਹਨੂੰ ਹਿੰਮਤ ਹੈ, ਇਹ 'ਚ ਜਜ਼ਬਾ ਹੈ, ਇਹ ਕਰ ਲੈਂਦੀ ਹੈ। ਕਰ ਲੈਂਦੀ ਹੈ। ਹਾਂਜੀ। ਪਰ ਮਤਲਬ ਕਿ ਕਈ ਚੀਜ਼ਾਂ ਇਦਾਂ ਵੀ ਹੁੰਦੀਆਂ ਹੋਣਗੀਆਂ ਵੀ ਜਿਹੜੀਆਂ ਇਹ ਕਹਿੰਦੀ ਹੋਊਗੀ ਵੀ ਨਹੀਂ ਭੈਣੇ ਹੁਣ ਤੂੰ ਸਾਈਡ ਹੋ ਜਾ, ਮੈਂ ਕਰਕੇ ਦਿਖਾਉਣੀ। ਹਾਂਜੀ ਵੀਰੇ, ਹੁੰਦਾ ਐਵੇਂ। ਕਰਦੀ ਹੈ। ਹਾਂਜੀ ਹਾਂਜੀ। ਪਰ ਤੁਹਾਡਾ ਨਹੀਂ ਮਨ ਕਰਦਾ ਵੀ ਚਲੋ ਰਾਜਦੀਪ ਕਰ ਸਕਦੀ ਹੈ ਤਾਂ ਮੈਂ ਵੀ ਕਿਉਂ ਨਹੀਂ? ਨਹੀਂ ਵੀਰੇ, ਮਨ ਤਾਂ ਕਰਦਾ, ਪਰ ਫਿਰ ਐਵੇਂ ਲੱਗਦਾ ਵੀ ਨਹੀਂ ਡਿੱਗ ਜਾਾਂਗੇ ਜਾਂ ਬੱਜੂ ਕਿਵੇਂ, ਇਹ ਉਹ ਚੀਜ਼ ਤੋਂ ਡਰਦੀ ਨਹੀਂ ਹੈਗੀ। ਹਾਂ, ਕੁਛ ਆਏ ਆ ਵੀ ਇਹਨੂੰ ਟਾਈਮ ਵੀ ਬਹੁਤ ਹੋ ਗਿਆ, ਕਿਉਂਕਿ 11 ਸਾਲ ਦੀ ਉਮਰ ਤੋਂ ਲਗਾਤਾਰ ਹੁਣ 7.5 ਸਾਲ ਹੋਣ ਵਾਲੇ ਨੇ, ਹਨਾ। ਬਹੁਤ ਲੰਬਾ ਟਾਈਮ ਹੋ ਗਿਆ ਲਗਾਤਾਰ ਇਸ ਚੀਜ਼ ਦੇ ਵਿੱਚ ਪੈਣਾ। ਤੇ ਭੈਣ ਵੈਸੇ ਉੱਦਾਂ ਭੈਣੇ ਜੇ ਕਈ ਚੀਜ਼ਾਂ ਤਾਂ ਤੁਸੀਂ ਆਪਸ ਦੇ ਵਿੱਚ ਲੜ ਪੈਂਦੇ ਹੋਵੋਗੇ, 3 ਭੈਣਾਂ ਨੇ, ਆਪਸ ਦੇ ਵਿੱਚ ਲੜਾਈ ਤਾਂ ਹੁੰਦੀ ਹੋਊਗੀ ਤੁਹਾਡੇ ਕਿ ਨਹੀਂ? ਹਾਂਜੀ, ਲੜਾਈ ਤਾਂ ਹੋ ਜਾਂਦੀ ਹੈ ਜੀ। ਕਾਹਦੀ ਲੜਾਈ ਹੁੰਦੀ ਹੈ ਫਿਰ? ਬਸ ਐਵੇਂ ਕਦੇ ਮਤਲਬ ਇਹ ਛੋਟੀਆਂ ਆਪਸ 'ਚ ਲੜ ਪੈਂਦੀਆਂ ਨੇ ਤਾਂ ਇਹਨਾਂ ਨੂੰ ਹਟਾਉਣ ਪਿੱਛੇ ਮਾੜਾ ਮੋਟਾ ਹੋ ਜਾਂਦਾ ਜੀ। ਅੱਛਾ, ਕਦੇ ਰਾਜਦੀਪ ਤੁਸੀਂ ਐਂ ਕਹਿਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਮੈਂ ਤਾਂ ਸਾਰਾ ਕੁਝ ਚਲਾਉਂਦੀ ਹਾਂ, ਮੇਰੇ ਨਾਲ ਗੱਲ ਨਾ ਕਰੋ ਵੀ ਮੈਂ ਐਂ ਤਾਂ ਨਹੀਂ ਕਰਦੇ? ਕਿਉਂਕਿ ਯਾਰ ਇਹ ਤਾਂ ਹਾਸੇ ਖੇਡਣ ਦੀ ਗੱਲਾਂ ਨੇ। ਪਰ ਇੱਕ ਉਹ ਮੈਸੇਜ ਮੈਂ ਦੇਣਾ ਚਾਹੁੰਦਾ ਆ, 2021 ਚੱਲਦਾ ਹੈ, ਜਿੱਥੇ ਮੈਂ ਇੱਕ ਵੀਡੀਓ ਕੀਤੀ ਸੀ ਕਿਸਾਨੀ ਘੋਲ ਚੱਲ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ, ਸਾਡੇ ਦਾਦੇ ਪੜਦਾਦੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਇਹ ਉਹ ਚੀਜ਼ ਹੈ ਜਿਹਨੂੰ ਮਿੰਟ ਨਹੀਂ ਲੱਗਦੇ। ਅੱਜ ਕੱਲ੍ਹ ਲੋਕਾਂ ਦੇ ਵਿੱਚ ਪੇਸ਼ੈਂਸ ਲੈਵਲ ਇੰਨਾ ਕੁ ਘਟ ਗਿਆ, ਚੁਟਕੀ ਵੱਜੇ ਤਾਂ ਉਹਨਾਂ ਦਾ ਕੰਮ ਹੋਣਾ ਚਾਹੀਦਾ, ਨਹੀਂ ਹੁੰਦਾ ਤਾਂ ਤੜਫਣਾ ਲੱਗ ਜਾਂਦੀ ਹੈ ਵੀ ਇਹ ਚੀਜ਼ ਕਿਉਂ ਨਹੀਂ। ਕਿਸਾਨੀ ਉਸ ਕੰਮ ਦੇ ਵਿੱਚੋਂ ਇੱਕ ਹੈ। ਇਹਨੂੰ 6 ਮਹੀਨੇ ਲੱਗ ਜਾਂਦੇ ਨੇ, ਸਾਲ ਲੱਗ ਜਾਂਦਾ ਇੱਕ ਫਸਲ ਨੂੰ ਖੜੀ ਕਰਨ ਦੇ ਵਿੱਚ। ਪਹਿਲਾਂ ਫਸਲ ਪੂਰੀ ਤਿਆਰ ਕਰਨੀ ਹੈ, ਸਾਰਾ ਜਿਹੜਾ ਆ ਫੇਰ ਕੇ ਹੈ ਨਾ ਉਹਨੂੰ ਪੱਧਰਾ ਕਰਨਾ ਆ। ਜਿਵੇਂ ਪਹਿਲਾਂ ਕਹਿੰਦੇ ਸੀ ਅਸੀਂ ਖੜੇ ਵੀ ਮਾਨਸਾ ਆ, ਇਹ ਟਿੱਬਿਆਂ ਵਾਲਾ ਸ਼ਹਿਰ ਹੁੰਦਾ ਸੀਗਾ, ਟਿੱਬੇ ਹੁੰਦੇ ਸੀਗੇ ਇੱਥੇ, ਪਰ ਇਹਨਾਂ ਨੂੰ ਕਰਕੇ ਸੈਟਿੰਗ ਕਰਕੇ ਦਾਦੇ ਪੜਦਾਦਿਆਂ ਨੇ ਇਹਨਾਂ ਦੇ ਜਿਹੜੀ ਆਹ ਸੈਟਿੰਗ ਕਰਕੇ ਇੱਥੇ ਬਣਾਈ ਹੈ। ਮਿਹਨਤ ਲੱਗਦੀ ਯਾਰ, ਕਿਸਾਨੀ ਐਵੇਂ ਤਾਂ ਨਹੀਂ ਹੁੰਦੀ। ਮੈਂ ਕਹਾਂ ਕਿ ਮੈਂ ਕਿਸਾਨੀ ਨਹੀਂ ਕੀਤੀ, ਪਰ ਕਿਸਾਨੀ ਦਾ ਦਰਦ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕਿਸਾਨੀ ਦਾ ਦਰਦ ਕੀ ਹੈ। ਤੇ ਇਸ ਭੈਣ ਨੇ ਕੁੜੀ ਹੋਣ ਦੇ ਬਾਵਜੂਦ ਉਹ ਚੀਜ਼ ਕਰਤੀ ਜਿਹੜੀ ਮੁੰਡੇ ਵੀ ਨਾ ਕਰ ਸਕਣ। ਅੱਜ ਦੀ ਟਾਈਮ ਦੇ ਵਿੱਚ ਬੇਸ਼ੱਕ ਬਹੁਤ ਮੁੰਡੇ ਜਿਹੜੇ ਨਵੇਂ ਯੂਥ ਨੇ, ਮੇਰੇ ਵਰਗੇ, ਮੇਰੇ ਤੋਂ ਛੋਟੇ ਵੱਡੇ ਨੇ, ਬੇਸ਼ੱਕ ਕਿਸਾਨੀ ਕਰਨ ਦਾ ਚਾਅ ਰੱਖਦੇ ਨੇ। ਹੁਣ ਤਾਂ ਕਿਸਾਨੀ ਸੰਘਰਸ਼ ਕਰਕੇ ਕਾਫੀ ਚੀਜ਼ਾਂ ਨਵੀਆਂ ਖੜੀਆਂ ਹੋਈਆਂ ਨੇ, ਪਰ ਭੈਣ ਨੇ ਜਿਵੇਂ ਦੱਸ ਰਹੇ ਨੇ ਕਿ 6.5 7 ਸਾਲ ਪੁਰਾਣੀ ਗੱਲ ਹੈ, ਉਸ ਟਾਈਮ ਤਾਂ ਮੈਨੂੰ ਲੱਗਦਾ ਕਿਸੇ ਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਉਂਦਾ ਹੋਊਗਾ ਕਿ ਮੈਂ ਗੁੱਡੀਆਂ ਪਟੋਲੇ ਛੱਡ ਕੇ, ਯਾਨੀ ਕਿ ਪਿੰਡਾਂ ਦੇ ਜਿਹੜੇ ਖੇਡ ਹੁੰਦੇ ਨੇ, ਪੇਂਡੂ ਖੇਡ ਹੁੰਦੇ ਨੇ, ਉਹ ਛੱਡ ਕੇ ਟਰੈਕਟਰ ਦੀ ਸੀਟ ਤੇ ਬਹਿ ਜਾ। ਇਹ ਬਹੁਤ ਵਿਲੱਖਣਾ ਜਿਹੜਾ ਸੀਗਾ। ਬਾਈ ਜੀ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ, ਕਿਉਂਕਿ ਭੈਣ ਨੇ ਇੱਕ ਐਸਾ ਕੰਮ ਕੀਤਾ ਹੈ, ਸ਼ਾਇਦ ਕਈ ਲੋਕ ਗੱਲਬਾਤ ਜ਼ਰੂਰ ਕਰਨੀ ਚਾਹੁੰਦੇ ਹੋਣਗੇ, ਕਈਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਐਵੇਂ ਬੋਲੀ ਜਾਂਦੇ ਨੇ, ਤਾਂ ਇਹ ਤਾਂ ਐਵੇਂ ਵੀਡੀਓ ਬਣਵਾ ਕੇ ਬਸ ਇੱਕ ਵੀਡੀਓ ਪਵਾਤੀ। ਪਰ ਅਸਲ ਦੇ ਵਿੱਚ ਕੀ ਸੱਚਾਈ ਹੈ? ਜੇ ਆਉਣਾ ਹੋਣ ਪਿੰਡ ਦਾ ਐਡਰੈਸ ਪੂਰਾ ਦੱਸ ਦਿਓ ਤੇ ਆਪਣਾ ਸੰਪਰਕ ਨੰਬਰ ਦੱਸ ਦਿਓ। ਬਾਈ ਜੀ ਸਾਡਾ ਪਿੰਡ ਮਾਨਸਾ, ਜ਼ਿਲ੍ਹਾ ਮਾਨਸਾ ਤੋਂ 7 ਕਿਲੋਮੀਟਰ ਦੂਰ ਪੈਂਦਾ ਜੀ, ਤੇ ਪਿੰਡ ਖਿਆਲਾ ਕਲਾਂ ਜੀ। ਤੇ ਮੇਰਾ ਨੰਬਰ ਹੈ ਜਿਹੜਾ 98729 ਜੀ 88406। ਕੋਈ ਵੀ ਭੈਣ ਭਰਾ ਕਿ ਜਦੋਂ ਕਿਸੇ ਟਾਈਮ ਵੀ ਆ ਕੇ ਦੀਆਂ ਐਕਟੀਵਿਟੀਆਂ ਦੇਖ ਸਕਦਾ ਜੀ, ਐਨੀ ਟਾਈਮ। ਹਾਂਜੀ, ਕਿਦੋਂ ਵੀ ਆ ਕੇ ਜੀ, ਤਾਂ ਅਸੀਂ ਸਭ ਨੂੰ ਜੇ ਕਿਸੇ ਦੇ ਮਨ 'ਚ ਭੈਣ ਭਰਾ ਦੇ ਡਾਊਟ ਤਾਂ ਅਸੀਂ ਕਲੀਅਰ ਕਰਾਂਗੇ ਜੀ। ਕੀ ਬਾਤ। ਮਤਲਬ ਉਹ ਚੀਜ਼ ਜਿਵੇਂ ਮੈਂ ਫੇਰ ਦੁਹਰਾ ਰਿਹਾ, ਕੰਪੈਰੀਜ਼ਨ ਹੁੰਦਾ ਸੀ ਕੁੜੀ ਦਾ ਤੇ ਮੁੰਡੇ ਦਾ। ਇਧਰਲੀ ਸਾਈਡ ਕੁੜੀ ਖੜੀ ਹੁੰਦੀ ਸੀ, ਇਧਰਲੀ ਸਾਈਡ ਮੁੰਡਾ ਖੜਾ ਹੁੰਦਾ ਸੀਗਾ। ਤਾਂ ਜੇ ਜ਼ੋਰ ਦੀ ਗੱਲ ਹੁੰਦੀ ਸੀ ਤਾਂ ਹਮੇਸ਼ਾ ਮੁੰਡੇ ਨੂੰ ਅੱਗੇ ਕੀਤਾ ਜਾਂਦਾ ਸੀ ਵੀ ਚੱਲ ਐਤਕੀ ਜ਼ੋਰ ਮੁੰਡੇ ਤੋਂ ਲਵਾ ਕੇ ਵੇਖੋ। ਪਰ ਮੈਂ ਇਹ ਵੀਡੀਓ ਵੇਖਣ ਵਾਲਿਆਂ ਨੂੰ ਕਹੂੰਗਾ ਕਿ ਨਹੀਂ ਯਾਰ, ਜਿੱਥੇ ਓਲੰਪਿਕਸ ਦੇ ਵਿੱਚ ਵੱਡੇ ਵੱਡੇ ਮੈਡਲ ਕੁੜੀਆਂ ਨੇ ਹਾਸਲ ਕੀਤੇ ਨੇ, ਹਾਕੀ ਦੀ ਟੀਮ ਅੱਗੇ ਗਈ, ਠੀਕ ਹੈ,
ਹੋਰ ਜਿਹੜੇ ਸੀਗੇ ਕਮਲਪ੍ਰੀਤ ਕੌਰ ਨੇ ਡਿਸਕਸ ਥਰੋ ਦੇ ਵਿੱਚ ਜਿਹੜੇ ਇਨਾਮ ਖੱਟਿਆ ਹੈ ਨਾ, ਸੈਮੀਫਾਈਨਲਸ ਤੋਂ ਬਾਅਦ ਫਾਈਨਲਸ ਦੇ ਵਿੱਚ ਪਹੁੰਚੀ। ਇਹ ਮਾੜੀ ਮੋਟੀ ਗੱਲ ਨਹੀਂ ਹੁੰਦੀ ਯਾਰ, ਕਿਉਂਕਿ ਧੀਆਂ ਨੂੰ ਜੇ ਉਹਨਾਂ ਬਣਦਾ ਹੱਕ ਤੁਸੀਂ ਦਓਗੇ ਨਾ, ਉਹ ਧੀਆਂ ਬਹੁਤ ਕੁਝ ਕਰਕੇ ਦਿਖਾਉਣ ਨੂੰ ਬੈਠੀਆਂ ਨੇ। ਹਜੇ ਵੀ ਕਈ ਪਿੰਡਾਂ ਦੇ ਵਿੱਚ ਧੀਆਂ ਐਸੀਆਂ ਹੋਣਗੀਆਂ ਜਿਹੜੀਆਂ ਹੋ ਸਕਦਾ ਕਿ ਇਸ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵੀ ਕਰੇ ਯਾਰ ਨਹੀਂ ਮੈਂ ਵੀ ਬਾਪੂ ਜੀ ਨਾਲ ਜਾਵਾਂ ਖੇਤ, ਮੈਂ ਵੀ ਉਹਨਾਂ ਦਾ ਸਾਥ ਦੇਵਾਂ, ਕਿਉਂਕਿ ਇੱਕ ਧੀ ਬਹੁਤ ਕੁਝ ਦਿਲ ਦੇ ਵਿੱਚ ਸਾਂਭ ਕੇ ਰੱਖਦੀ ਹੈ। ਇੱਕ ਮਾਂ ਦਾ ਰੋਲ ਅਦਾ ਕਰਦੀ ਹੈ, ਇੱਕ ਭੈਣ ਦਾ ਰੋਲ ਅਦਾ ਕਰਦੀ ਹੈ, ਇੱਕ ਦਾਦੀ ਪੜਦਾਦੀ ਨਾਨੀ, ਬਹੁਤ ਕੁਝ ਹੁੰਦਾ ਯਾਰ। ਵਿਲੱਖਣ ਚੀਜ਼ ਹੈ, ਇੱਕ ਐਸੀ ਚੀਜ਼ ਹੈ ਵੀ ਕਹਿੰਦੇ ਰੱਬ ਰੂਹੀ ਮਾਂ ਹੁੰਦੀ ਹੈ, ਉਹ ਚੀਜ਼ ਹੁੰਦੀ ਹੈ ਧੀ। ਮੈਂ ਚਾਹੁੰਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇੱਕ ਪੋਜ਼ਿਟਿਵ ਵੀਡੀਓ ਹੈ। ਸੋਸ਼ਲ ਮੀਡੀਆ ਤੇ ਬੜੀ ਨੈਗੇਟਿਵਿਟੀ ਫੈਲੀ ਹੋਈ ਹੈ। ਚਲੋ ਇੱਕ ਪੋਜ਼ਿਟਿਵ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਯਾਰ, ਇਸ ਤਰੀਕੇ ਦੇ ਨਾਲ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਜੀ ਸਕਦੇ ਹਾਂ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਐਸੀਆਂ ਸੋਹਣੀਆਂ ਵੀਡੀਓਜ਼ ਤੇ ਸੋਹਣੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਝ ਹਟ ਕੇ ਕੰਮ ਕੀਤਾ ਤੇ ਇੱਕ ਵੱਡਾ ਰੁਤਬਾ ਬਣਾ ਲਿਆ, ਲੋਕ ਜਾਣਦੇ ਨੇ, ਉਹਨਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝਾ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।